ਪਾਰਟੀ ਜੁਆਇਨ ਕਰ ਰਹੇ ਹੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਆ ਰਹੇ ਨੇ। ਤੁਸੀਂ ਕਹਿੰਦੇ ਸੀ ਰਿਫਾਰਮ ਬਹੁਤ ਜ਼ਰੂਰੀ ਹੈ, ਸਮਾਜ ਦੇ ਅੰਦਰ ਸੁਧਾਰ ਹੋਣਾ ਚਾਹੀਦਾ ਹੈ, ਔਰ ਤੁਸੀਂ ਕਿਹਾ ਸੀ ਪਰਮਾਤਮਾ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ। ਇਨਸਾਫ ਨੂੰ ਨਕਾਰਿਆ ਜਾਂਦਾ ਹੈ, ਕਨਸਟੀਟਿਊਸ਼ਨ ਦੀ ਕਿਲਿੰਗ ਹੁੰਦੀ ਹੈ, ਕਨਸਟੀਟਿਊਸ਼ਨ ਦਾ ਮਰਡਰ ਹੁੰਦਾ ਹੈ। ਪੋਲੀਟੀਕਲ ਰੈਵੋਲੂਸ਼ਨ ਯਾਨੀ ਸਿਆਸੀ ਇਨਕਲਾਬ, ਇਹ ਸਿਆਸੀ ਇਨਕਲਾਬ ਕਿਵੇਂ ਹੋ ਸਕਦਾ, ਇਹਦੀ ਵਿਆਖਿਆ ਕੀ ਹੈ ਜੀ? 15 ਦਿਨ ਯੂਥ ਨੂੰ ਫ੍ਰੀ ਦੇ ਵਿੱਚ ਨਸ਼ਾ ਵੰਡ ਦਿਓ ਤੇ ਬਾਕੀ 5 ਸਾਲ ਉਹਨਾਂ ਨੂੰ ਹੀ ਵੇਚੋ। ਜਦੋਂ ਥੋੜੀਆਂ ਚਰਚਾਵਾਂ ਚੱਲੀਆਂ ਉਸ ਤੋਂ ਬਾਅਦ ਅਕਾਲੀਆਂ ਕਾਂਗਰਸੀਆਂ ਨੇ ਤੁਹਾਡੇ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ। पुरानी कहावत है उल्टा चोर कोतवाल को डांटे। एक और कहावत है चोर चोर मौसेरे पाई। ਐਲੀਗੇਸ਼ਨ ਦੂਜੀਆਂ ਪਾਰਟੀਆਂ ਤੇ ਵੀ ਲੱਗੇ, ਉਹ ਉਲਟਾ ਤੁਹਾਡੇ ਬਾਰੇ ਕਹਿੰਦੇ ਕਿ ਇਸ ਮੁੱਦੇ ਨੂੰ ਤੁਸੀਂ ਵਰਤਿਆਗਾ। ਪਰਿਵਾਰ ਦੇ ਵੱਡੇ ਵਿਅਕਤੀ ਜੋ ਉਸ ਸਮੇਂ ਦੇ ਸਿਆਸਤਦਾਨ ਸੀਗੇ, ਉਹਨਾਂ ਦੇ ਮਤਲਬ ਉੱਤੇ ਸਾਰਾ ਕੁਝ ਆ ਰਿਹਾ ਸੀ। ਬੇਅਦਬੀ ਵੀ ਉਹਨਾਂ ਨੇ ਕਰਵਾਈ, ਗੋਲੀ ਵੀ ਉਹਨਾਂ ਨੇ ਚਲਵਾਈ ਹੈ। ਕਿ ਗੋਲੀ ਚਲਾਉਣ ਦਾ ਆਰਡਰ ਕਿਸਨੇ ਦਿੱਤਾ ਸੀ? ਜਨਰਲ ਡਾਇਰ ਨੂੰ ਲੁਧਿਆਣਾ ਤੋਂ ਭੇਜਿਆ ਗਿਆ। ਇਹਨੇ ਆ ਕੇ ਸਾਰਾ ਕਮਾਂਡ ਲਿਆ, ਆਪਣੀ ਫੋਰਸ ਬੁਲਾਈ, ਗੋਲੀਬਾਰੀ ਹੋਈ ਉੱਥੇ। ਅਸੀਂ ਜਨਰਲ ਡਾਇਰ ਦੀ ਪਛਾਣ ਕੀਤੀ, ਜਨਰਲ ਡਾਇਰ ਦੇ ਖਿਲਾਫ ਸਬੂਤ ਇਕੱਠੇ ਕੀਤੇ। ਉਮਰਾਨਗਲ ਨੂੰ ਕਹਿ ਰਹੇ ਹੋ ਜਨਰਲ ਡਾਇਰ? ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਨਾ ਜਦੋਂ ਅਫਸਰ ਰਹੇ ਉਦੋਂ ਵੀ ਚਰਚਾ 'ਚ ਰਹੇ, ਜਦੋਂ ਰਿਪੋਰਟ ਦਿੱਤੀ ਉਦੋਂ ਵੀ ਚਰਚਾ 'ਚ ਰਹੇ, ਤੇ ਹੁਣ ਫਿਰ ਚਰਚਾ 'ਚ ਨੇ। ਚਰਚਾਵਾਂ ਇਹ ਨੇ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਤੋਂ ਅਗਲੇ ਪਲਾਨ ਕੀ ਨੇ, ਕਿਉਂਕਿ ਉਹ ਕਹਿੰਦੇ ਸੀ ਸਮਾਜ ਸੁਧਾਰ ਦੇ ਲਈ ਗੱਲ ਕਰਨਗੇ। ਸਵਾਗਤ ਹੈ ਸਰ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਜੀ, ਥੈਂਕ ਯੂ ਸਰ। ਸਭ ਤੋਂ ਪਹਿਲਾ ਸਵਾਲ, ਪਾਰਟੀ ਜੁਆਇਨ ਕਰ ਰਹੇ ਹੋ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਆ ਰਹੇ ਨੇ। ਦੇਖੋ ਜੀ, ਇਸ ਸੰਬੰਧ ਦੇ ਵਿੱਚ ਮੈਂ ਜਦੋਂ ਵੀ ਉਚਿਤ ਸਮੇਂ ਹੋਗਾ, ਉਚਿਤ ਸਮੇਂ ਤੇ ਤੁਹਾਨੂੰ ਕਲੀਅਰ ਕੱਟ ਦੱਸ ਦਿੱਤਾ ਜਾਊਗਾ ਜੀ। ਮੈਂ ਇਸ ਸੰਬੰਧ ਦੇ ਵਿੱਚ ਅੱਜ ਕੁਝ ਕਹਿ ਨਹੀਂ ਸਕਦਾ। ਤਾਂ ਸਰ, ਜਦੋਂ ਤੁਸੀਂ ਇਹ ਬੇਅਦਬੀ ਵਾਲਾ ਮਸਲਾ ਸਾਡੇ ਯਾਦ, ਅਸੀਂ ਵੀ ਤੁਹਾਡਾ ਇੰਟਰਵਿਊ ਕੀਤਾ, ਤੁਸੀਂ ਹੋਰ ਵੀ ਮੀਡੀਆ ਨਾਲ ਗੱਲਬਾਤ ਕੀਤੀ, ਤੁਸੀਂ ਕਹਿੰਦੇ ਸੀ ਰਿਫਾਰਮ ਬਹੁਤ ਜ਼ਰੂਰੀ ਹੈ, ਸਮਾਜ ਦੇ ਅੰਦਰ ਸੁਧਾਰ ਹੋਣਾ ਚਾਹੀਦਾ ਹੈ, ਔਰ ਤੁਸੀਂ ਕਿਹਾ ਸੀ ਪਰਮਾਤਮਾ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ। ਜੀ ਕਿਉਂ ਕਿਹਾ ਸੀ ਇਹ? नहीं देखो, पर मैं तो जो बैसाखी वाले दिन ही मैं अपना फेसबुक पोस्ट से पा दिता सी कि आई हैव रिफर्ड दिस मैटर, तो मतलब आई हैव फाइल्ड माय अपील बिफोर द कोर्ट ऑफ श्री गुरु गोबिंद सिंह जी फॉर फाइनल वर्डिक्ट। ये मैं क्लियर कर दिता सी। क्यों? क्योंकि सारिਆਂ ਨੂੰ पता है, ਤੁਹਾਨੂੰ भी पता है, सारा पंजाब जानता है कि जो कुछ भी होया वो चंगा होया नहीं। जेकर मान लो इंसाफ ਨੂੰ ਨਕਾਰਿਆ ਜਾਂਦਾ ਹੈ, ਕਨਸਟੀਟਿਊਸ਼ਨ ਦੀ ਕਿਲਿੰਗ ਹੁੰਦੀ ਹੈ, ਕਨਸਟੀਟਿਊਸ਼ਨ ਦਾ ਮਰਡਰ ਹੁੰਦਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਦੇਖੋ, ਮਤਲਬ ਇਨਸਾਫ ਤਾਂ ਕੁਦਰਤ ਤੇ ਹੀ ਛੱਡਣਾ ਚਾਹੀਦਾ ਹੈ ਨਾ ਜੀ। ਇਸ ਕਰਕੇ ਮੈਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਅਦਾਲਤ ਹੈ ਨਾ, ਉਹ ਸੁਪਰੀਮ ਅਦਾਲਤ ਹੈ, ਉਹ ਆਪੇ ਵੇਖ ਲੈਣਗੇ ਜੀ। ਸਰ, ਤੁਸੀਂ ਕਿਹਾ ਸੀ ਕਿ ਰਿਫਾਰਮ ਦੀ ਲੋੜ ਆ ਸਮਾਜ ਨੂੰ। ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਹਾਡੇ ਕੋਲ 5 ਆਈਡੀਆ ਕਿਹੜੇ ਨੇ ਜਿਹੜੇ ਤੁਸੀਂ ਮੰਨਦੇ ਹੋਗੇ ਕਿ ਇਸ ਤਰੀਕੇ ਨਾਲ ਰਿਫਾਰਮ ਹੋ ਸਕਦਾ? ਉਹ 5 ਗੱਲਾਂ ਦੱਸ ਸਕਦੇ ਹੋ ਕੋਈ? ਦੇਖੋ, ਰਿਫਾਰਮਸ ਤਾਂ ਦੇਖੋ, ਮੈਂ ਅੱਜ ਤੁਹਾਡੇ ਨਾਲ, ਕਿਉਂਕਿ ਦੇਖੋ ਵਾਅਦੇ ਹੁੰਦੇ ਰਹਿੰਦੇ ਨੇ ਇੱਥੇ ਜੀ। ਮੈਂ ਬਹੁਤ ਸਾਰੇ ਮਤਲਬ ਪੋਲੀਟੀਕਲ ਲੋਕਾਂ ਨੂੰ ਵੇਖਦੇ ਰਹਿੰਦਾ ਹਾਂ, ਲੋਕੀ ਵਾਅਦੇ ਕਰਦੇ ਨੇ ਜੀ, ਠੀਕ ਹੈ ਕਿ ਨਹੀਂ? ਇਹ ਵਾਅਦਾ ਨਿਭਾਉਣਾ ਵੀ ਹੁੰਦਾ ਹੈ, ਲੇਕਿਨ ਦੇਖੋ ਕੋਈ ਵੀ ਫਾਲਸ ਵਾਅਦਾ ਨਹੀਂ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਸਿਰਫ ਇਹ ਕਹਾਂਗਾ ਕਿ ਤੁਸੀਂ ਮਤਲਬ ਅਸੀਂ ਜੋ ਕੰਮ ਕਰਾਂਗੇ ਨਾ, ਉਸ ਕੰਮ ਦੇ ਨਾਲ ਤੁਸੀਂ ਦੇਖਣਾ ਹੈ। ਜਿਸ ਤਰ੍ਹਾਂ ਮੈਂ ਪੁਲਿਸ ਦੇ ਵਿੱਚ ਕੰਮ ਕੀਤਾ ਜੀ, ਠੀਕ ਹੈ ਕਿ ਨਹੀਂ? ਤਾਂ ਉਸ ਕੰਮ ਦੇ ਨਾਲ ਤੁਸੀਂ ਮੈਨੂੰ ਵੇਖਦੇ ਹੋ। ਤੇ ਜਦੋਂ ਮੰਨ ਲਓ ਇਸ ਇਨਵੈਸਟੀਗੇਸ਼ਨ ਨੂੰ ਵੀ ਜਦੋਂ ਇੱਕ ਸਿਰੇ ਤੱਕ ਪਹੁੰਚਾਇਆ, ਅੰਜਾਮ ਤੱਕ ਪਹੁੰਚਾਇਆ, ਤੁਸੀਂ ਦੇਖ ਲਿਆ ਹਾਲਾਤ ਬਹੁਤ ਮਾੜੇ ਹਾਲਾਤ ਸੀਗੇ ਤੇ ਐਡਵਰਸ ਸਰਕਮਸਟੈਂਸਸ ਦੇ ਵਿੱਚ ਮੈਂ ਇਹ ਕੰਮ ਕੀਤਾ। ਇਸ ਤੋਂ ਇਲਾਵਾ ਵੀ ਮੈਂ ਬਹੁਤ ਚੈਲੰਜਿੰਗ, ਮਤਲਬ ਤੁਸੀਂ ਦੇਖੋਗੇ ਕੇਸ ਵਗੈਰਾ ਸਾਰੇ ਮੈਂ ਚੈਲੰਜਿੰਗ ਕਰ ਚੁੱਕਿਆ। ਜੋ ਸਮਾਜ ਸੇਵਾ ਦੀ ਗੱਲ ਹੈ, ਦੇਖੋ ਤੁਹਾਨੂੰ ਸਹੀ ਵਕਤ ਮੈਂ ਦੱਸ ਦੂੰਗਾ, ਇਸ ਵੇਲੇ ਵੀ ਸਮਾਜ ਸੇਵਾ ਮੈਂ ਕਰ ਰਿਹਾ ਹਾਂ। ਨੌਕਰੀ ਦੇ ਰਹਿੰਦੇ ਹੋਏ ਵੀ ਅਸੀਂ ਸਮਾਜ ਸੇਵਾ ਕਰਦੇ ਸੀ। ਲੇਕਿਨ ਇਹਦੇ ਵਿੱਚ ਤੁਸੀਂ ਦੇਖੋ, ਸਭ ਤੋਂ ਵੱਡੀ ਗੱਲ ਹੈ ਨਾ ਕਿ ਪੋਲੀਟੀਕਲ ਰਿਵੋਲੂਸ਼ਨ ਆਣਾ ਜ਼ਰੂਰੀ ਹੈ। ਡੈਮੋਕ੍ਰੇਸੀ ਮਜ਼ਬੂਤ ਹੋਣੀ ਚਾਹੀਦੀ। ਡੈਮੋਕ੍ਰੇਸੀ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਦੇਖੋ
डेमोक्रेसी 5 किलो आटे तक सीमित रह गई है। बाबा साहब डॉक्टर भीमराव अंबेडकर जी ने कदे भी नहीं सोचा होगा कि देखो जो संविधान दी वो सिरजना कर रहे ने कॉन्स्टिट्यूएंट असेंबली वालों सिरजना हो रही है, वो संविधान के तहत इलेक्शन भी 5 किलो आटे के आधार पर लड़िया जाऊगा। ठीक है, 5 किलो आटा दे दो, मोहर लगवा लो, क्लेम करो कि हाँ जी असी तो पब्लिक मतलब नुमाइंदे हाँ, सानू मैंडेट मिलिया है जी। मैंडेट की गल करते हैं, 5 किलो आटा, 1 बोतल शराब ते 1 सूट का कपड़ा दे के मैंडेट की लोग गल करते हैं। सब तो पहला असी सोशल सर्विस दे विच एक कर रहे हैं कि लीगल अवेयरनेस होना चाहिए सोसाइटी दे। जो वोटर है ना, आम जनता है ना, आम जनता नू अपने पावर की पहचान करनी बहुत जरूरी होती। जिस दिन आम जनता पावर की पहचान कर लेगी उस दिन ये सारा सिस्टम ठीक हो जाएगा, अपने आप ठीक हो जाएगा। ਤੁਸੀਂ ਸ਼ਬਦ इस तरह की ਵਰਤਿਆ ਸਰ राजनीति खत्म हो जाएगी। ਪੋਲੀਟੀਕਲ ਰੈਵੋਲੂਸ਼ਨ ਯਾਨੀ ਸਿਆਸੀ ਇਨਕਲਾਬ। ਇਹ ਸਿਆਸੀ ਇਨਕਲਾਬ ਕਿਵੇਂ ਹੋ ਸਕਦਾ, ਇਹਦੀ ਵਿਆਖਿਆ ਕੀ ਹੈ? ਜੇ ਮੈਂ ਤੁਹਾਡੇ ਤੋਂ ਪੁੱਛਾਂ ਇਹਦੀ ਇੰਟਰਪ੍ਰੀਟੇਸ਼ਨ ਕੀ ਹੈ? देखो पॉलिटिकल रिवोल्यूशन उदों होगा जो जनता अपना पावर पहचान लेगी, पावर जनता दे कोल है। क्योंकि आज पावर जनता दे कोल नहीं है ना, जो पावर जनता दे कोल हुंदा है उस नूं ये दूर वरतों कीता जांदा है। किहा जांदा है कि सानू मैंडेट मिल गया जी, मैंडेट नहीं मिलता है। ये तो बस मैं दोबारा कहांगा कि 5 किलो आटा ते 1 बोतल शराब ते 1 सूट दे कपड़े दा है सारा हिसाब किताब, ये मैंडेट नहीं है। जो साडे संविधान निर्माता सीगे ते खास करके तुसी कहोगे डॉक्टर राजेंद्र प्रसाद जो कॉन्स्टिट्यूएंट असेंबली दे प्रेसिडेंट हुंदे सी, ते बाबा साहब डॉक्टर भीमराव अंबेडकर जो कि जिन्हां नूं असीं संविधान निर्माता दी पदवी ओहदा असीं दिंदे हां, उन्होंने तो इस संविधान दे विच कोई गल कीती नहीं सी। लेकिन आज देखो हर पासे यही हो रहा है। कोई भी स्टेट है, खास करके पंजाब दे विच तो यही चीज है। पंजाब दे विच एक होर मतलब नशे का कारोबार चलता है। 15 दिन यूथ नूं फ्री दे विच नशा वंड दो ते बाकी 5 साल उन्हां नूं ही बेचो। ये सारे तुहाडे पॉलिटिशियन कराउंदे ने। इस करके देखो पॉलिटिकल रिवोल्यूशन लियाउण दी बहुत लोड़ है। ते जिस दिन जनता समझ जाएगी कि ये 5 किलो आटा दे नाल डेमोक्रेसी नहीं चलनी है, उस दिन देखो तहलका मच जाएगा, ये सारे लोग बच जाएंगे ते राजनीति दे विच सुधार आ जाएगा। जेकर राजनीति दे विच सुधार आ गया फिर सारा कुछ सुधर जाएगा। ਤੁਹਾਨੂੰ ਲੱਗਦਾ ਕੋਈ ਧਿਰ ਇਹੀ ਜੀ ਹੈ, ਤੁਹਾਨੂੰ ਲੱਗਦਾ ਇਹ ਜੇ ਲੋਕ ਹੈ ਸਮਾਜ 'ਚ? ਕਿਉਂਕਿ ਦਾਵਾ ਤਾਂ ਸਭ ਦਾ ਹੁੰਦਾ ਹੈ ਕਿ ਪ੍ਰੈਕਟੀਕਲ ਲੋਕ ਹੈਗੇ ਨੇ, ਜੇ ਪਾਰਟੀ ਹੈ। आज देखो ਤੁਸੀਂ देखो आज मैं समझदा हां कि पब्लिक तैयार बैठी है इस चीज वास्ते जी। ते रिवोल्यूशन पब्लिक दे राही ही आना है, ते आम पब्लिक तैयार बैठी हुई है, पब्लिक समझ गई है। ਤੇ ਤੁਸੀਂ ਦੇਖ ਲੈਣਾ ਆਉਣ ਵਾਲੇ ਸਮਾਂ ਦੇ ਵਿੱਚ ਇਹ ਰਿਵੋਲੂਸ਼ਨ ਪਬਲਿਕ ਨੇ ਹੀ ਲੈ ਕੇ ਆਣਾ ਹੈ, ਪਬਲਿਕ ਲੈ ਆਏਗੀ। ਤਾਂ ਸਟੈਪ ਜਿਵੇਂ ਦੇਸ਼ 'ਚ ਗੱਲ ਹੁੰਦੀ ਹੈ ਸਰ, ਜੁਡੀਸ਼ੀਅਲ ਰਿਫਾਰਮ ਦੀ ਗੱਲ ਹੁੰਦੀ ਹੈ, ਇਲੈਕਟਰਲ ਰਿਫਾਰਮ ਦੀ ਗੱਲ ਹੁੰਦੀ ਹੈ, ਇੱਕ ਇਲੈਕਸ਼ਨ ਤੇ 5-5 ਕਰੋੜ ਰੁਪਈਆ ਖਰਚਿਆ ਜਾਂਦਾ। ਆਪਾਂ ਨੂੰ ਸਭ ਨੂੰ ਪਤਾ, ਅਸੀਂ ਪੱਤਰਕਾਰਾਂ, ਤੁਸੀਂ ਅਫਸਰ ਰਹੇ ਹੋ, ਤੁਹਾਨੂੰ ਵੀ ਪਤਾ ਹੈ 5-5 10-10 ਕਰੋੜ ਰੁਪਈਆ ਇੱਕ ਵਿਧਾਨ ਸਭਾ ਤੇ ਖਰਚ ਦਿੱਤਾ ਜਾਂਦਾ। ਇਲੈਕਟਰਲ ਰਿਫਾਰਮ ਜੁਡੀਸ਼ੀਅਲ ਤੁਸੀਂ ਕਿਵੇਂ ਮੰਨਦੇ ਹੋਗੇ? ਮੈਂ ਉਹੀ ਪੁੱਛ ਰਿਹਾ, ਸਿਸਟਮ ਠੀਕ ਕਿਵੇਂ ਹੋਊਗਾ? ਮੰਨ ਲਓ ਕੋਈ ਰਾਜਨੀਤੀ ਤੇ ਆ ਕੇ ਕਾਬਿਲ ਵੀ ਹੋ ਜੂ ਨਵਾਂ ਬੰਦਾ, ਉਹਦੇ ਨਾਲ ਕੀ ਫਰਕ ਪੈ ਜੂ? नहीं देखो जनता जिस दिन खड़ी हो जाएगी ना अपना पावर इस्तेमाल करेगी, क्योंकि जनता नूं 5 साल अपना पावर इस्तेमाल करना चाहिए। ये सिर्फ एक दिन वास्ते नहीं है कि एक दिन वास्ते तुसी बटन दबा दिता ईवीएम दे विच जाके ते तुहाडा काम मुक गया जी। पूरा 5 साल इस तरीके दा सिस्टम बनाओ कि पूरे 5 साल तक तुसी अपना पावर एक्सरसाइज कर सको, फिर जाके ये सारा रिफॉर्म्स आएगा, फिर रिवोल्यूशन आएगा। वो रिवोल्यूशन आएगा ਉਹਦੇ ਵਿੱਚ जो इस तरह ਦੇ पॉलिटिकल लोग ने जिन्हां ने सारे सिस्टम ਨੂੰ बर्बाद कर दिता, उस चीज ਦੀ मतलब कोई गुंजाइश नहीं रह जानी। ਪਰ ਤੁਹਾਨੂੰ ਲੱਗਦਾ ਸਰ ਇਸ ਦੇਸ਼ 'ਚ ਬਹੁਤ ਸਾਰੀਆਂ ਪਾਰਟੀਆਂ, ਤੁਹਾਡੇ ਯਾਦ ਹੋ ਜਨਤਾ ਦਲ ਦਾ ਦੌਰ 1975 'ਚ ਐਮਰਜੈਂਸੀ ਲੱਗਦੀ ਹੈ, 77 'ਚ ਜਨਤਾ ਦਲ ਦੀ ਸਰਕਾਰ ਆਉਂਦੀ ਹੈ, ਵੱਡੇ ਵੱਡੇ ਦਾਅਵੇ ਸੀ, ਰੈਵੋਲੂਸ਼ਨ ਦੀਆਂ ਗੱਲਾਂ ਸੀ, ਖਤਮ ਹੋ ਗਈਆਂ। ਬਹੁਜਨ ਸਮਾਜ ਪਾਰਟੀ ਆਈ, ਉਹਨਾਂ ਨੇ ਅਸਾਮ ਗਣ ਪਰਿਸ਼ਦ ਆਈ, ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ, ਬਹੁਤ ਸਾਰੀਆਂ ਪਾਰਟੀਆਂ, ਪੰਜਾਬ ਪੀਪਲ ਪਾਰਟੀ ਬਣੀ। ਤੁਹਾਨੂੰ ਲੱਗਦਾ ਕਿ ਵਾਕਈ ਇਹ ਪ੍ਰੈਕਟੀਕਲੀ ਹੋ ਸਕਦਾ ਜਿਹੜੇ ਇਹ ਕਹਿੰਦੇ ਸੀ ਉਹਨਾਂ ਨੇ ਨਹੀਂ ਕੀਤਾ ਪਹਿਲਾਂ? ਤੁਸੀਂ ਦੇਖੋ ਆਉਣ ਵਾਲੇ ਸਮਾਂ ਦੇ ਵਿੱਚ ਦੇਖੋ ਆਮ ਪਬਲਿਕ ਕਾਫੀ ਜਾਗਰੂਕ ਹੋ ਗਈ ਹੈ। ਉਹ ਆਪਣੇ ਅਧਿਕਾਰਾਂ ਦੀ ਜਦੋਂ ਵਰਤੋਂ ਕਰੇਗੀ ਆਪਣੇ ਆਪ ਸਾਰਾ ਕੁਝ ਠੀਕ ਹੋ ਜਾਣਾ ਹੈ। ਹਰ ਨਾਗਰਿਕ ਨੂੰ ਆਪਣਾ ਆਪਣਾ ਫਰਜ਼ ਅਦਾ ਕਰਨਾ ਪਵੇਗਾ। ਜਦੋਂ ਹਰ ਨਾਗਰਿਕ ਆਪਣਾ ਆਪਣਾ ਫਰਜ਼ ਅਦਾ ਕਰਨਾ ਸ਼ੁਰੂ ਕਰ ਦੇਗਾ ਉਸ ਤੋਂ ਬਾਅਦ ਸੁਧਾਰ ਆਣਾ ਹੀ ਆਣਾ ਹੈ। ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਨਾਗਰਿਕ ਸਮਝ ਗਏ ਨੇ ਸਾਰੇ, ਜੋ ਸਾਡੇ ਸਿਟੀਜ਼ਨਸ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੈ
ਇੱਥੇ ਦੇਖੋ ਪੋਲੀਟੀਕਲ ਲੋਕ ਨੇ, ਉਹਨਾਂ ਨੇ ਸਾਰੇ ਸਿਸਟਮ ਨੂੰ ਜਕੜ ਕੇ ਰੱਖਿਆ ਹੋਇਆ, ਤੇ ਜਦੋਂ ਪਬਲਿਕ ਇਹ ਗੱਲ ਸਮਝ ਗਈ ਹੈ ਤੇ ਰਿਵੋਲੂਸ਼ਨ ਦੀ ਪੂਰੀ ਗੁੰਜਾਇਸ਼ ਹੈ, ਤੇ ਰਿਵੋਲੂਸ਼ਨ ਆਉਣੀ ਹੈ, ਤੁਸੀਂ ਦੇਖਣਾ। ਅੱਜ ਸਰ ਜਦੋਂ ਥੋੜੀਆਂ ਚਰਚਾਵਾਂ ਚੱਲੀਆਂ, ਉਸ ਤੋਂ ਬਾਅਦ ਅਕਾਲੀਆਂ ਕਾਂਗਰਸੀਆਂ ਨੇ ਤੁਹਾਡੇ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ, ਦੋਵਾਂ ਨੇ ਤੁਹਾਨੂੰ ਟਾਰਗੇਟ ਕੀਤਾ, ਕੀ ਕਹਿਣਾ ਤੁਹਾਡਾ? नहीं, चलो मैं किसी पार्टी के बारे नहीं बोलांगा, मैं किसी लीडर के बारे नहीं बोलांगा। ये डेमोक्रेसी है, जिस किसी व्यक्ति ਨੂੰ जो कुछ बोलना ਹੁੰਦਾ है वो बोल लेंदे ने, लेकिन माड़ी शब्दावली का इस्तेमाल कोई करता है वो चंगा नहीं लगता। ये देखो ਹੁੰਦਾ ਕੀ है कि एक कहावत है, पुरानी कहावत है, उल्टा चोर कोतवाल को डांटे। एक और कहावत है, चोर चोर मौसेरे पाई, चोर चोर मौसेरे पाई। ਤੇ ਇਸ ਕਰਕੇ ਸਪਸ਼ਟ ਹੈ, ਪਬਲਿਕ ਨੂੰ ਪਤਾ ਹੈ ਸਾਰਾ ਕੁਝ ਕਿ ਕੀ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ। ਤੁਸੀਂ ਦੇਖੋ ਜਦੋਂ ਆਜ਼ਾਦੀ ਮਿਲੀ 15-20 ਸਾਲ ਤੱਕ ਤਾਂ ਸਾਰਾ ਸਿਸਟਮ ਵਧੀਆ ਚੱਲਿਆ ਜੀ। ਉਸ ਤੋਂ ਬਾਅਦ ਪਿਛਲੇ 50 ਸਾਲ ਦੇ ਵਿੱਚ ਦੇਖੋ ਬਹੁਤ ਡਿਟੋਰੀਏਸ਼ਨ ਆਇਆ। ਉਦੋਂ ਦੇਖੋ ਬਹੁਤ ਪੜ੍ਹੇ ਲਿਖੇ ਤੇ ਬਹੁਤ ਕਾਬਿਲ ਵਿਅਕਤੀ ਪਬਲਿਕ ਦੇ ਨੁਮਾਇੰਦੇ ਹੁੰਦੇ ਸੀਗੇ। ਅੱਜ ਕ੍ਰਿਮੀਨਲ ਹੁੰਦੇ ਨੇ ਜੋ ਨਸ਼ੇ ਦਾ ਵਪਾਰ ਕਰਦੇ ਨੇ, ਉਹ ਜਾ ਕੇ ਨੁਮਾਇੰਦਗੀ ਕਰਦੇ ਨੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਹੈ। ਉਹ ਤਾਂ ਇੱਕ ਦਿਨ ਦੇ ਵਿੱਚ ਪੈਸੇ ਵੰਡ ਕੇ ਡੈਮੋਕ੍ਰੇਸੀ ਦੀ ਜੋ ਰਫਤਾਰ ਹੈ ਉਸਨੂੰ ਰੋਕ ਦਿੰਦੇ ਨੇ, ਉਸਦੀ ਡਾਇਰੈਕਸ਼ਨ ਨੂੰ ਚੇਂਜ ਕਰ ਦਿੰਦੇ ਨੇ। ਇਸ ਕਰਕੇ ਇਹਨਾਂ ਲੋਕਾਂ ਨੇ ਇਸ ਡੈਮੋਕ੍ਰੇਸੀ ਨੂੰ ਬਰਬਾਦ ਕਰ ਦਿੱਤਾ ਹੈ, ਡੈਮੋਕ੍ਰੇਸੀ ਨੂੰ ਦਾ ਮਰਡਰ ਕਰ ਦਿੱਤਾ ਹੈ। ਇਸ ਕਰਕੇ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ, ਤੁਸੀਂ ਦੇਖੋ, ਇੰਤਜ਼ਾਰ ਕਰੋ, ਇੰਤਜ਼ਾਰ ਕਰਨਾ ਚਾਹੀਦਾ ਹੈ। ਸਮਾਂ ਜੋ ਆ ਰਿਹਾ ਹੈ ਉਸਦੀ ਪ੍ਰਤੀਖਿਆ ਕਰਨੀ ਚਾਹੀਦੀ ਹੈ, ਤੇ ਤੁਸੀਂ ਸਾਰਾ ਕੁਝ ਦੇਖੋਗੇ, ਸਭ ਕੁਝ ਠੀਕ ਹੋ ਜਾਣਾ ਹੈ। ਕਹਿ ਰਹੇ ਹੋ ਪੰਜਾਬ ਬਦਲਾਅ ਲਈ ਤਿਆਰ ਆ, ਤੇ ਇਹ ਕਿਉਂ ਲੱਗਦਾ ਤੁਹਾਨੂੰ ਸਰ? ਕੀ ਤੁਸੀਂ ਦੇਖ ਰਹੇ ਹੋ, ਇਹ ਘੁੰਮ ਰਹੇ ਹੋ? ਨਹੀਂ, ਦੇਖੋ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਹੈ ਨਾ ਜੀ, ਤੁਸੀਂ ਦੇਖੋ ਪਿਛਲੇ 20 ਸਾਲਾਂ ਦੇ ਦੌਰਾਨ, ਮੈਂ ਹਾਲ ਫਿਲਹਾਲ ਦੀ ਵੀ ਗੱਲ ਨਹੀਂ ਕਰ ਰਿਹਾ, ਪਿਛਲੇ 20 ਸਾਲਾਂ ਦੇ ਦੌਰਾਨ ਜੋ ਕੁਝ ਵੀ ਹੋ ਰਿਹਾ ਹੈ, ਤੁਸੀਂ ਇੱਕ ਕਿਸੇ ਪੋਲੀਟੀਸ਼ੀਅਨ, ਮੈਂ ਐਕਸੈਪਸ਼ਨ ਮਤਲਬ ਉਹਦੇ ਵਿੱਚ ਹੀ ਰੱਖ ਰਿਹਾ, ਹੋ ਸਕਦਾ ਹੈ ਕਿ ਕੋਈ ਵਧੀਆ ਵਿਅਕਤੀ ਹੋਗਾ, ਲੇਕਿਨ ਤੁਸੀਂ ਪੋਲੀਟੀਸ਼ੀਅਨਾਂ ਦੀ ਪ੍ਰੋਪਰਟੀ ਦੇਖੋ। ਗਲੋਬਲਾਈਜੇਸ਼ਨ ਤੋਂ ਜ਼ਿਆਦਾ ਫਾਇਦਾ ਇਹਨਾਂ ਨੇ ਉਠਾਇਆ ਹੈ। ਆਸਟ੍ਰੇਲੀਆ ਤੋਂ ਲੈ ਕੇ ਇੰਡੀਆ, ਕਨਾਡਾ, ਅਮਰੀਕਾ ਤੱਕ ਇਹਨਾਂ ਦੀ ਪ੍ਰੋਪਰਟੀ ਤੁਸੀਂ ਦੇਖ ਲਓ, ਜਾਇਜ਼ ਨਜਾਇਜ਼ ਪ੍ਰੋਪਰਟੀ। ਤੇ ਗਲੋਬਲਾਈਜੇਸ਼ਨ ਦਾ ਫਾਇਦਾ ਸਿਰਫ ਪੋਲੀਟੀਕਲ ਕਲਾਸ ਨੇ ਲਿਆ ਹੈ। ਜਨਤਾ ਨੂੰ ਲੂਟ ਲਓ ਤੇ ਤੁਸੀਂ ਸਾਰਾ ਕੁਝ ਕਰ ਲਓ ਆਪਣੇ ਵਾਸਤੇ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਪ੍ਰੋਪਰਟੀ ਦਾ ਹਿਸਾਬ ਕਿਤਾਬ ਦੇਖ ਲਓ, ਤੇ ਜਨਤਾ ਦੇ ਦੇਖ ਲਓ ਕੀ ਹਾਲ ਹੋਇਆ ਹੈ। ਜੋ ਜਨਤਾ ਦਾ ਹਾਲ ਹੋਇਆ ਹੈ, ਕੋਈ ਵੀ ਇਨਸਾਫ ਪਸੰਦ ਵਿਅਕਤੀ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਰੱਖਣਾ ਨਹੀਂ ਚਾਹੁੰਦਾ, ਪੰਜਾਬ ਦੇ ਵਿੱਚ ਪੜ੍ਹਾਉਣਾ ਨਹੀਂ ਚਾਹੁੰਦਾ। ਇਹ ਸਾਰੀ ਸਮੱਸਿਆ ਹੈ, ਅਸੀਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ। ਤੇ ਇਹ ਤੁਸੀਂ ਸਰ, ਇਹ ਗੱਲ ਮੈਂ ਸਿਰਫ ਇਹ ਪੁੱਛਣਾ ਕਿ ਅਫਸਰ ਹੁੰਦਿਆਂ ਤੁਸੀਂ ਆਈਜੀ ਰਹੇ, ਅਫਸਰ ਵੱਡੇ ਵੱਡੇ ਅਹੁਦਿਆਂ ਤੇ ਹੁੰਦੇ ਆ, ਕੀ ਇਸ ਲੋਕਤੰਤਰ 'ਚ ਅਫਸਰ ਹੋਣ ਦਾ ਕੋਈ ਮਤਲਬ ਨਹੀਂ ਹੈ? ਯਾਨੀ ਪੋਲੀਟੀਕਲ ਕਲਾਸ ਹੀ ਚਲਾਉਂਦੀ ਹੈ ਸਭ ਕੁਝ, ਕੋਈ ਮੀਨਿੰਗ ਨਹੀਂ ਹੈ ਇਸ ਗੱਲ ਦਾ? ਅਫਸਰ ਸਿਸਟਮ ਬਦਲ ਸਕਦੇ ਆ ਜਾਂ ਅਫਸਰ ਸਿਸਟਮ ਨਹੀਂ ਬਦਲ ਸਕਦੇ ਗਏ, ਜਾਂ ਬਿਊਰੋਕ੍ਰੇਸੀ ਦੇ ਜ਼ਰੀਏ ਕੋਈ ਬਦਲਾਅ ਆ ਸਕਦਾ ਹੈ? ਦੇਖੋ, ਇਸ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਉੱਪਰ ਜਨਤਾ ਹੁੰਦੀ ਹੈ ਜੀ, ਬਾਕੀ ਸਾਰੇ ਜਨਤਾ ਦੇ ਨੌਕਰ ਹੁੰਦੇ ਨੇ, ਪਬਲਿਕ ਸਰਵੈਂਟ ਹੁੰਦੇ ਨੇ। ਪਬਲਿਕ ਸਰਵੈਂਟ ਦਾ ਮਤਲਬ ਹੁੰਦਾ ਹੈ ਜਨਤਾ ਦਾ ਨੌਕਰ, ਠੀਕ ਹੈ ਕਿ ਨਹੀਂ? ਤੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਪਬਲਿਕ ਹੋ ਗਈ, ਜਨਤਾ ਹੋ ਗਈ, ਉਸ ਤੋਂ ਬਾਅਦ ਜਨਤਾ ਦੇ ਨੁਮਾਇੰਦੇ ਹੋ ਗਏ, ਉਸ ਤੋਂ ਬਾਅਦ ਅਫਸਰ ਹੋ ਗਏ। ਇਹ ਸਾਰਿਆਂ ਨੇ ਮਿਲ ਕੇ ਮਤਲਬ ਚੰਗਾ ਕੰਮ ਕਰਨਾ ਹੁੰਦਾ ਹੈ। ਇੱਕ ਦੂਸਰੇ ਦੇ ਨਾਲ ਮਿਲ ਕੇ ਜੇਕਰ ਤੁਸੀਂ ਸਿਸਟਮ ਬਣਾਓਗੇ, ਸਿਸਟਮ ਦੇ ਹਿਸਾਬ ਦੇ ਨਾਲ ਕੰਮ ਕਰਦੇ ਹੋ ਤਾਂ ਵਧੀਆ ਸਿਸਟਮ ਬਣੇਗਾ। आज अमेरिका ਦੇ ਵਿੱਚ, ਕਨਾਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਲੋਕੀ ਕਿਉਂ ਭੇਜ ਰਹੇ ਨੇ? ਕਿਉਂਕਿ ਉਧਰ ਸਿਸਟਮ ਬਣਾਇਆ ਗਿਆ ਹੈ, ਇਧਰ ਸਿਸਟਮ ਨੂੰ ਖਰਾਬ ਕੀਤਾ ਗਿਆ ਹੈ, ਠੀਕ ਹੈ ਕਿ ਨਹੀਂ? ਤੇ ਇਸ ਕਰਕੇ ਨਹੀਂ ਹੈ, ਸਾਰਿਆਂ ਨੂੰ ਮਿਲ ਕੇ ਚੰਗਾ ਕੰਮ ਕਰਨਾ ਚਾਹੀਦਾ ਹੈ। ਤੇ ਜਦੋਂ ਸਾਰੇ ਮਿਲ ਕੇ ਕਰਨਗੇ ਫਿਰ ਜਾ ਕੇ ਕੰਮ ਹੋਗਾ। ਕੋਈ ਇੱਕ ਬੰਦਾ ਚਾਹੇ ਤਾਂ ਨਹੀਂ ਕਰ ਸਕਦਾ ਹੈ। ਇਸ ਕਰਕੇ ਲੇਕਿਨ ਜੀ ਜਿਵੇਂ ਤੁਹਾਨੂੰ ਸਰ ਲੱਗਦਾ ਕਿ ਬੇਅਦਬੀ ਦੇ ਉੱਤੇ ਉਹ ਭੂਮਿਕਾ ਨਹੀਂ ਨਿਭਾਈ ਗਈ ਕੋਰਟਾਂ ਦੇ ਅੰਦਰ, ਐਡਵੋਕੇਟ ਜਨਰਲ ਵੱਲੋਂ, ਸਰਕਾਰ ਵੱਲੋਂ, ਔਰ ਐਲੀਗੇਸ਼ਨ ਦੂਜੀਆਂ ਪਾਰਟੀਆਂ ਤੇ ਵੀ ਲੱਗੇ, ਉਹ ਉਲਟਾ ਤੁਹਾਡੇ ਬਾਰੇ ਕਹਿੰਦੇ ਕਿ ਇਸ ਮੁੱਦੇ ਨੂੰ ਤੁਸੀਂ ਵਰਤਿਆਗਾ, ਉਹ ਐਲੀਗੇਸ਼ਨ ਹੀ ਮੈਂ ਦੇਖੋ ਮੈਂ ਕਹ ਰਿਹਾ ਨਾ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ, ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ। ਮੇਰੇ ਹਿਸਾਬ ਦੇ ਨਾਲ 25 ਤੋਂ ਲੈ ਕੇ 30 ਦਿਨ ਲੱਗਣਗੇ ਜੀ, ਤੁਸੀਂ ਬਹਿਸ ਕਰ ਲਓ। ਛੋਟੀ ਮੋਟੀ ਰਿਪੋਰਟ ਨਹੀਂ ਹੈ ਕਿ ਤੁਸੀਂ ਇੱਕ ਬੈਠਕ ਦੇ ਵਿੱਚ ਪੜ ਜਾਓ ਤੇ ਉਹਦੇ ਉੱਤੇ ਬਹਿਸ ਕਰ ਜਾਓ ਜੀ। ਤੁਹਾਨੂੰ 25 ਤੋਂ ਲੈ ਕੇ 30 ਦਿਨ ਤੱਕ ਲੱਗਣਗੇ। ਤੁਸੀਂ ਵਿਧਾਨ ਸਭਾ ਦੇ ਵਿੱਚ ਖੁੱਲੀ ਬਹਿਸ ਕਰਵਾ ਲਓ ਤੇ ਲਾਈਵ ਟੈਲੀਕਾਸਟ ਕਰ ਲਓ, ਠੀਕ ਹੈ ਕਿ ਨਹੀਂ? ਫਿਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੱਚਾਈ ਕੀ ਹੈ, ਠੀਕ ਹੈ ਨਾ?
ਤੁਸੀਂ ਰਿਪੋਰਟ ਪੜ੍ਹਦੇ ਨਹੀਂ, ਰਿਪੋਰਟ ਵੇਖਦੇ ਨਹੀਂ। ਰਿਪੋਰਟ ਅੱਜ ਵੀ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਵਿੱਚ ਪਈ ਹੈ। ਉਹ ਰਿਪੋਰਟ ਚੰਡੀਗੜ੍ਹ ਗਈ ਹੀ ਨਹੀਂ ਹੈ ਤੇ ਫੈਸਲਾ ਚੰਡੀਗੜ੍ਹੋਂ ਆ ਰਿਹਾ ਹੈ। ਇਸ ਤੋਂ ਉੱਪਰ ਕੀ ਹੋ ਸਕਦਾ ਹੈ ਜੀ? ਇਸ ਤੋਂ ਉੱਪਰ ਨਾ ਇਨਸਾਫੀ, ਬੇਇਨਸਾਫੀ ਹੋ ਰਹੀ ਹੈ। ਮੰਨ ਲਓ ਤੁਸੀਂ ਐਡਵੋਕੇਟ ਜਨਰਲ ਦੀ ਗੱਲ ਕੀਤੀ, ਉਸ ਦਿਨ ਐਡਵੋਕੇਟ ਜਨਰਲ ਬਿਮਾਰ ਸੀਗੇ, ਉੱਥੇ ਇੱਕ ਵਕੀਲ ਜੂਨੀਅਰ ਖੜਾ ਹੋ ਕੇ ਬੋਲ ਸਕਦੇ ਸੀ ਉੱਥੇ ਖੜ ਕੇ ਕਿ ਦੇਖੋ ਐਡਵੋਕੇਟ ਜਨਰਲ ਬਿਮਾਰ ਨੇ, ਉਹ ਆਉਣਗੇ ਫਿਰ ਉਹ ਆਪ ਬਹਿਸ ਕਰਨਗੇ। ਤੇ ਐਡਵੋਕੇਟ ਜਨਰਲ ਨੂੰ ਇਹ ਤਾਂ ਜ਼ਰੂਰ ਕਹਿਣਾ ਚਾਹੀਦਾ ਸੀ ਨਾ ਕਿ ਤੁਸੀਂ ਕੰਪਲੀਟ ਰਿਪੋਰਟ ਮੰਗਾਓ। ਜੇਕਰ ਕੰਪਲੀਟ ਰਿਪੋਰਟ ਉੱਥੇ ਆ ਜਾਂਦੀ, ਉਸ ਤੋਂ ਬਾਅਦ ਦੇਖ ਲਓ ਨਜ਼ਾਰਾ ਕੁਝ ਹੋਰ ਹੁੰਦਾ। ਜਾਂ ਉਹਦਾ ਅਲਟਰਨੇਟ ਇਹ ਹੈ ਕਿ ਸੈਸ਼ਨ ਅਦਾਲਤ ਦੇ ਵਿੱਚ ਕਿ ਚਲਾਨ ਚਲਾ ਗਿਆ ਹੈ, ਇਹ ਰਿਪੋਰਟ ਕਿਸੇ ਮਤਲਬ ਉਹ ਕਿਸੇ ਅਥਾਰਟੀ ਨੂੰ ਨਹੀਂ ਦਿੱਤੀ ਗਈ ਹੈ ਨਾ, ਇਹ ਰਿਪੋਰਟ ਚਲਾਨ ਹੈ, ਚਾਰਜ ਸ਼ੀਟ ਹੈ ਤੇ ਇਹ ਰਿਪੋਰਟ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੈ ਤੇ ਉੱਥੇ ਸੁਣਵਾਈ ਹੋ ਲੈਂਦੋ। ਗਵਾਹਾਂ ਦਾ ਤਾਂ ਬਿਆਨ ਨਹੀਂ ਹੋਇਆ ਨਾ ਜੀ, ਗਵਾਹਾਂ ਦਾ ਬਿਆਨ ਨਹੀਂ ਹੋਇਆ। ਜੋ ਡਾਕੂਮੈਂਟਸ ਸੀਗੇ ਉਹ ਡਾਕੂਮੈਂਟਸ ਨੂੰ ਤਾਂ ਮਤਲਬ ਨਹੀਂ ਵੇਖਿਆ ਗਿਆ ਨਾ ਜੀ, ਠੀਕ ਹੈ ਕਿ ਨਹੀਂ। ਤੇ ਰਿਪੋਰਟ ਤਾਂ ਉੱਥੇ ਹੈ ਸਾਰੀ ਰਿਪੋਰਟ ਦੇ ਵਿੱਚ ਮੰਨ ਲਓ ਇੱਕ ਸਿਨੋਪਸਿਸ ਹੈ 15 20 25 ਪੇਜ ਦਾ, ਉਹਨੂੰ ਪੜ੍ਹ ਕੇ ਤੁਸੀਂ ਕਹ ਦੋ ਕਿ ਇਹ ਰਿਪੋਰਟ ਗਲਤ ਹੈ, ਇਹ ਨਹੀਂ ਹੈ ਨਾ ਜੀ। ਉਸ ਸਿਨੋਪਸਿਸ ਦੇ ਨਾਲ ਗਵਾਹਾਂ ਦੇ ਬਿਆਨ ਨੇ, ਬਹੁਤ ਸਾਰਾ ਮੈਡੀਕਲ ਲੀਗਲ ਰਿਪੋਰਟਸ ਨੇ ਤੇ ਹੋਰ ਬਹੁਤ ਸਾਰੇ ਡਾਕੂਮੈਂਟਸ ਨੇ, ਠੀਕ ਹੈ ਨਾ ਜੀ। ਕਈ ਬੈਗ ਭਰ ਜਾਣਗੇ, ਤੁਸੀਂ ਦੇਖੋਗੇ। ਹੁਣ ਉਹ ਸਾਰਾ ਰਿਕਾਰਡ ਜੋ ਹੈ ਸੀਲ ਕਵਰ ਕਰਕੇ ਉੱਥੇ ਰੱਖ ਦਿੱਤਾ ਗਿਆ ਹੈ। ਤੇ ਮੇਰਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਉਸ ਦੇ ਉੱਤੇ ਸੁਣਵਾਈ, ਦੇਖੋ ਜਦੋਂ ਸੁਣਵਾਈ ਹੋ ਜਾਂਦੀ ਫਿਰ ਪਰਿਵਾਰ ਦੇ ਵੱਡੇ ਵਿਅਕਤੀ ਜੋ ਉਸ ਸਮੇਂ ਦੇ ਸਿਆਸਤਦਾਨ ਸੀਗੇ, ਉਹਨਾਂ ਦੇ ਮਤਲਬ ਉੱਤੇ ਸਾਰਾ ਕੁਝ ਆ ਰਿਹਾ ਸੀ ਜੀ, ਉਹਦੇ ਸਭ ਕੁਝ ਸਾਰਾ ਐਵੀਡੈਂਸ ਉਹਨਾਂ ਦੇ ਖਿਲਾਫ ਹੈ ਜੀ। ਉਹਨਾਂ ਦੀ ਰਾਜਨੀਤੀ ਜਾ ਰਹੀ ਸੀ ਕਿਉਂਕਿ ਬੇਅਦਬੀ ਵੀ ਉਹਨਾਂ ਨੇ ਕਰਵਾਈ, ਗੋਲੀ ਵੀ ਉਹਨਾਂ ਨੇ ਚਲਵਾਈ ਹੈ। ਕੋਈ ਪਾਕਿਸਤਾਨ ਦੇ ਪੰਜਾਬ ਦਾ ਕੋਈ ਚੀਫ ਮਿਨਿਸਟਰ ਜੋ ਹੈ ਨਾ, ਉਹਨੇ ਗੋਲੀ ਚਲਾਉਣ ਦਾ ਆਰਡਰ ਨਹੀਂ ਦਿੱਤਾ ਸੀ। ਮੈਂ ਬਾਰ-ਬਾਰ ਇਹ ਕਹਿੰਦਾ ਕਿ ਗੋਲੀ ਚਲਾਉਣ ਦਾ ਆਰਡਰ ਕਿਸਨੇ ਦਿੱਤਾ ਸੀ? ਗੋਲੀ ਚਲਾਉਣ ਦਾ ਆਰਡਰ ਜੋ ਸੀਗਾ ਉਹ ਇਧਰ ਦੇ ਜਿਹੜੇ ਮਤਲਬ ਜੋ ਵੀ ਪੋਸਟ ਤੇ ਸੀਗੇ, ਉਦੋਂ ਵੱਡੇ ਪੋਸਟ ਤੇ, ਜਦੋਂ ਜਨਰਲ ਡਾਇਰ ਨੂੰ ਤੁਸੀਂ ਦੇਖੋਗੇ ਉਦੋਂ ਭੇਜਿਆ ਗਿਆ ਸੀ, ਜਲੰਧਰ ਹੁੰਦਾ ਸੀ, ਕਰਨਲ ਰੈਂਕ ਦਾ ਸੀਗਾ। ਉਸ ਕਰਨਲ ਨੂੰ ਬ੍ਰਿਗੇਡੀਅਰ ਬਣਾ ਕੇ ਭੇਜਿਆ ਗਿਆ, ਉਹਨੂੰ ਜਨਰਲ ਡਾਇਰ ਕਿਹਾ, ਮਤਲਬ ਜਨਰਲ ਦੀ ਉਪਾਧੀ ਦੇ ਦਿੱਤੀ ਗਈ, ਠੀਕ ਹੈ। ਉਹ ਬੰਦਾ ਜਨਰਲ ਬਣ ਗਿਆ, ਠੀਕ ਹੈ ਕਿ ਨਹੀਂ। ਤੇ ਜਲੰਧਰੋਂ ਉਹਨੂੰ ਅੰਮ੍ਰਿਤਸਰ ਭੇਜ ਕੇ ਗੋਲੀਬਾਰੀ ਕਰਵਾਈ ਗਈ ਜਾਲਿਆਂਵਾਲਾ ਬਾਗ ਵਿੱਚ, ਠੀਕ ਹੈ। ਤੇ ਲਾਹੌਰ ਦੇ ਵਿੱਚ ਹੁਕਮਰਾਨ ਬੈਠਾ ਸੀਗਾ ਜੋ ਮਾਈਕਲ ਓਡਾਇਰ ਜਿਹਨੂੰ ਕਿਹਾ ਜਾਂਦਾ ਹੈ। ਤੇ ਜੋ ਇਸ ਤਰੀਕੇ ਦੇ ਨਾਲ ਉਹ ਇਨਸੀਡੈਂਟ ਹੋਇਆ ਸੀ ਨਾ ਜੀ, ਸੇਮ ਉਸੇ ਤਰੀਕੇ ਦੇ ਨਾਲ ਇਹ ਇਨਸੀਡੈਂਟ ਹੋਇਆ। ਜਨਰਲ ਡਾਇਰ ਨੂੰ ਲੁਧਿਆਣਾ ਤੋਂ ਭੇਜਿਆ ਗਿਆ, ਇਹਨੇ ਆ ਕੇ ਸਾਰਾ ਕਮਾਂਡ ਲਿਆ, ਆਪਣੀ ਫੋਰਸ ਬੁਲਾਈ, ਗੋਲੀਬਾਰੀ ਹੋਈ ਉੱਥੇ। ਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਬੈਠੇ ਸੀਗੇ ਹੁਕਮਰਾਨ, ਠੀਕ ਹੈ, ਦੋਸਤ ਉਹਨਾਂ ਦਾ ਵੀ ਹੈ, ਮੇਨ ਦੋਸਤ ਚੰਡੀਗੜ੍ਹ ਵਾਲਿਆਂ ਦਾ ਹੈ ਤੇ ਜਨਰਲ ਡਾਇਰ ਦਾ ਹੈ ਜਿਸਨੇ ਗੋਲੀ ਚਲਾਈ। ਸਾਨੂੰ ਇਹ ਕਿਹਾ ਗਿਆ ਸੀ, ਸੱਚਾਈ ਇਹ ਹੈ ਕਿ ਤੁਸੀਂ 2-4 ਸਿਪਾਹੀਆਂ ਨੂੰ ਫੜ ਕੇ ਅੰਦਰ ਕਰ ਦਿਓ। ਪੁਲਿਸ ਮਹਿਕਮੇ ਦੇ ਵਿੱਚ ਇਹ ਹੁੰਦਾ ਆ ਰਿਹਾ ਹੈ ਕਿ 2-4 ਸਿਪਾਹੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਹੈ, ਚਲਾਨ ਦੇ ਦਿਓ, ਕੰਮ ਖਤਮ ਹੋ ਗਿਆ ਜੀ। ਪਬਲਿਕ ਨੂੰ ਮੂਰਖ ਬਣਾ ਲਓ, 2-4-5 ਸਾਲ 10 ਸਾਲ ਲੱਗਣਗੇ, ਕਿਸੇ ਨੂੰ ਸਜ਼ਾ ਹੋ ਜਾਏਗੀ, ਕੋਈ ਬਰੀ ਹੋ ਜਾਏਗਾ, ਠੀਕ ਹੈ। ਇਹੀ ਹੁੰਦਾ ਆ ਰਿਹਾ ਹੈ ਜੀ। ਅਸੀਂ ਜਨਰਲ ਡਾਇਰ ਦੀ ਪਛਾਣ ਕੀਤੀ, ਜਨਰਲ ਡਾਇਰ ਦੇ ਖਿਲਾਫ ਸਬੂਤ ਇਕੱਠੇ ਕੀਤੇ। ਅਸੀਂ ਮਾਈਕਲ ਓਡਾਇਰ ਦੀ, ਜੋ ਲਾਹੌਰ ਦਾ ਲੈਫਟੀਨੈਂਟ ਗਵਰਨਰ ਹੁੰਦਾ ਸੀ, ਉਦੋਂ ਇਹਨਾਂ ਸਾਰਿਆਂ ਦੀ ਪਛਾਣ ਕੀਤੀ, ਪਛਾਣ ਕਰਕੇ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕੀਤੇ। ਸਬੂਤ ਇਕੱਠੇ ਕਰਕੇ ਜਦੋਂ ਅਸੀਂ ਅਦਾਲਤ ਦੇ ਵਿੱਚ ਸਾਰਾ ਕੁਝ ਦਿੱਤਾ, ਅਦਾਲਤ ਦੇ ਵਿੱਚ ਟ੍ਰਾਇਲ ਦਾ ਪ੍ਰੋਸੈਸ ਸ਼ੁਰੂ ਹੋਇਆ। ਉਸ ਤੋਂ ਬਾਅਦ ਇੱਕ ਦਿਨ ਇੱਕ ਆਰਡਰ ਆ ਗਿਆ ਤੇ ਉਹਦੇ ਵਿੱਚ ਦੇਖੋ ਨਾ ਤਾਂ ਪੈਰਵਾਈ ਹੋਈ, ਸਿੰਪਲ ਇਹ ਕਹਿ ਸਕਦੇ ਸੀ ਕਿ ਸਿਵਲ ਲਿਟੀਗੇਸ਼ਨ ਦੇ ਵਿੱਚ ਜਦੋਂ ਚਲਾਨ ਹੋ ਗਿਆ ਹੈ ਅਦਾਲਤ ਦੇ ਵਿੱਚ ਤੇ ਟ੍ਰਾਇਲ ਹੋਣਾ ਚਾਹੀਦਾ ਹੈ। ਇਸ ਤਰੀਕੇ ਦਾ ਇਹ ਪਹਿਲਾ ਆਰਡਰ ਹੈ। ਇਹ ਵੀ ਦੇਖੋ ਜਦੋਂ ਇਹ ਕਿਹਾ ਗਿਆ ਕਿ ਇਸ ਦਾ ਅਪੀਲ ਕੀਤਾ ਜਾਊਗਾ, ਅੱਜ ਤੱਕ ਦੇਖੋ ਕਿਸੇ ਨੇ ਅਪੀਲ ਨਹੀਂ ਕੀਤੀ। ਦਿੱਲੀ ਦੇ ਵਿੱਚ ਜਮਾਵੜਾ ਹੁੰਦਾ ਹੈ ਲੀਡਰਾਂ ਦਾ, ਇੱਕ ਕੁਰਸੀ ਦੀ ਲੜਾਈ ਚੱਲਦੀ ਹੈ ਜੀ, ਇਹ ਸਾਰੀ ਕੁਰਸੀ ਦੀ ਇੱਕ ਲੜਾਈ, ਠੀਕ ਹੈ ਕਿ ਨਹੀਂ। ਤੇ ਕੋਈ ਮੁੱਦੇ ਦੀ ਗੱਲ ਨਹੀਂ ਕਰਦਾ ਹੈ, ਮੁੱਦੇ ਦੀ ਗੱਲ ਕੋਈ ਨਹੀਂ ਕਰਦਾ, ਇਹ ਸਿਰਫ ਕੁਰਸੀ ਦੀ ਲੜਾਈ ਚੱਲਦੀ ਹੈ। ਤੇ ਇਸ ਕਰਕੇ ਮੈਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਦਾ ਹੈ ਕਿ ਦੇਖੋ ਤੁਸੀਂ ਇੱਕ ਤਾਂ ਤੁਹਾਡੇ ਕੋਲ ਜਦੋਂ ਪਾਵਰ ਸੀ ਉਦੋਂ ਤੁਸੀਂ ਦੂਰ ਵਰਤੋਂ ਕੀਤੀ, ਤੁਸੀਂ ਕੁਝ ਕੀਤਾ ਨਹੀਂ, ਤਾਂ ਹੁਣ ਕੁਰਸੀ ਦੀ ਲੜਾਈ ਲੜ ਰਹੇ ਹੋ, ਠੀਕ ਹੈ ਕਿ ਨਹੀਂ। ਤੇ ਅੱਜ ਵੀ ਕੋਈ ਦੇਖੋ ਅਪੀਲ ਕਰਨ ਦੀ ਗੱਲ ਨਹੀਂ ਕਰਦਾ। ਦਿੱਲੀ ਦੇ ਵਿੱਚ ਜਮਾਵੜਾ ਹੁੰਦਾ ਹੈ, ਕਈ ਐਮਐਲਏ ਜਾਂਦੇ ਨੇ, ਮੰਤਰੀ ਜਾਂਦੇ ਨੇ, ਉੱਥੇ ਇੰਟਰਵਿਊ ਹੁੰਦਾ ਹੈ, ਇੱਕ ਦੂਸਰੇ ਦੇ ਨਾਲ ਗੱਲਬਾਤ ਹੁੰਦੀ ਹੈ, ਲੇਕਿਨ ਅੱਜ ਤੱਕ ਕੋਈ ਇੱਕ ਗੱਲ ਵੀ ਨਹੀਂ ਆਈ ਕਿ ਕੋਈ ਕਹੇ ਕਿ ਚਲੋ ਜੀ ਸੁਪਰੀਮ ਕੋਰਟ ਦੇ ਵਿੱਚ ਜਾਂ ਡਬਲ ਬੈਂਚ ਦੇ ਵਿੱਚ ਇਹਦੀ ਮਤਲਬ ਅਪੀਲ ਵੀ ਕਰ ਲਈ ਜਾਵੇ। ਤੁਸੀਂ ਦੇਖ ਲਓ, ਤੁਹਾਡੇ ਕੋਲ ਸਾਰਾ ਰਿਕਾਰਡ ਹੈ, ਸਾਰਾ ਬਿਆਨ ਹੈ,
सारा कुछ देख सकते हो। तो मुद्दे की गल कोई नहीं करता है, कुर्सी दी फलाने ਨੂੰ ਇਹ ਮਿਲ ਜਾਣਾ ਹੈ, ਫਲਾਣੇ ਨੂੰ ਇਹ ਮਿਲ ਜਾਣਾ ਹੈ, ਕੀ ਤੇ ਤੁਸੀਂ ਬਸ ਪਾਵਰ ਦੀ ਜਨਰਲ ਗੱਲ ਹੋ ਡਾਇਰ ਰਹੀ ਹੈ, ਤੁਸੀਂ ਕੁਰਸੀ ਦੀ ਗੱਲ। ਉਮਰਾ ਨੰਗਲ ਨੂੰ ਕਹਿ ਰਹੇ ਹੋ ਜਨਰਲ ਡਾਇਰ? ਇਸ ਵੇਲੇ ਜੀ ਮੇਰੇ ਹਿਸਾਬ ਦੇ ਨਾਲ ਅਸੀਂ ਇਸ ਇੰਟਰਵਿਊ ਨੂੰ ਇੱਥੇ ਵਿਰਾਮ ਮੈਂ ਇੱਕ ਦਿੰਦੇ ਹਾਂ। ਲਾਸਟ ਸਵਾਲ ਕਰਨਾ ਸਰ, ਮੈਂ ਇੱਕ ਨਹੀਂ ਲਾਸਟ ਨਹੀਂ, ਸਵਾਲ ਜ਼ਰੂਰ, ਇੱਕ ਲਾਸਟ ਸਵਾਲ ਆ ਸਰ, ਮੈਂ ਹਾਂ ਜੀ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ। ਉਹ ਕਹਿੰਦੇ ਆ ਕਿ ਜਿਵੇਂ ਇੱਕ ਜਿਹੜਾ ਚਲਾਨ ਲਾਸਟ ਪੇਸ਼ ਹੋਇਆ ਉਹਦੇ 'ਚ ਟਾਈਮ ਬਹੁਤ ਜ਼ਿਆਦਾ ਸੀਗਾ। ਦੂਸਰਾ ਇਹ ਕਿਹਾ ਜਾਂਦਾ ਕਿ ਡੇਰੇ ਸਿਰਸੇ ਵਾਲੇ ਨੂੰ ਕਿਉਂ ਨਹੀਂ ਬੁਲਾਇਆ ਗਿਆ, ਇਹ ਸਪਸ਼ਟੀਕਰਨ ਜ਼ਰੂਰ ਦਿਓ ਸਰ। ਇਹ ਸਾਰਾ ਕੁਝ ਤੁਹਾਨੂੰ ਦੱਸ ਦੇਵਾਂਗੇ, ਉਸ ਚਲਾਨ ਦੇ ਵਿੱਚ ਹੀ ਹੈ। ਜੇਕਰ ਚਲਾਨ ਪੂਰਾ ਕੰਪਲੀਟ ਕਰੋ, 2-4 ਦਿਨ 10 ਦਿਨ ਲਗਾਓ ਨਾ। ਮੈਂ ਤਾਂ ਇਹ ਕਹਿੰਦਾ ਕਿ ਜੋ ਟੀਵੀ ਤੇ ਬੈਠਦੇ ਨੇ ਆਪਣਾ ਮਤਲਬ ਐਕਸਪਰਟ ਬਣ ਕੇ ਬੈਠਦੇ ਨੇ, ਉਹਨਾਂ ਨੂੰ ABCD ਦਾ ਵੀ ਪਤਾ ਨਹੀਂ ਹੁੰਦਾ ਕਿ ਇਹ ਚਲਾਨ ਹੁੰਦਾ ਕੀ ਹੈ ਤੇ ਚਲਾਨ ਦੇ ਵਿੱਚ ਲਿਖਿਆ ਕੀ ਗਿਆ ਹੈ, ਇਹ ਕੁਝ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ। ਆਪੇ ਬੋਲੀ ਜਾਂਦੇ ਨੇ ਸਾਰਾ ਕੁਝ। ਤੁਸੀਂ ਪੜ੍ਹੋ, ਐਵੀਡੈਂਸ ਦੇਖੋ ਨਾ ਕਿ ਉਹਦੇ ਵਿੱਚ ਐਵੀਡੈਂਸ ਕੀ ਹੈ। ਜਿਸ ਦਿਨ ਐਵੀਡੈਂਸ ਤੁਸੀਂ ਦੇਖ ਲਿਆ ਨਾ, ਫਿਰ ਦੇਖੋ ਤੁਸੀਂ। ਤਾਂ ਹੀ ਤਾਂ ਮੈਂ ਕਹਿ ਰਿਹਾ ਨਾ ਕਿ ਚੋਰਾਂ ਦੀ ਗੱਲ ਨਾ ਸੁਣੋ। ਜਿਹੜੇ ਚੋਰ ਨੇ ਉਹ ਤਾਂ ਗੱਲ ਕਰਨਗੇ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਤਾਂ ਪੁਰਾਣੀ ਕਹਾਵਤ ਹੈ। ਕਹਿ ਰਹੇ ਜਿਹੜੇ ਤੁਹਾਡੇ ਵਿਰੋਧੀ ਨੇ ਜੀ ਚੋ ਅਕਾਲੀ ਦਲ ਹੈ, देखो मेरा विरोधी कोई नहीं है। देखो मेरा कोई विरोधी, मेरी गल सुनो, पहला मेरी गल सुनो यादविंदर जी, तुसी मेरी गल पूरी सुन लो ना। पहला सवाल जेकर तुसी कर रहे हो तो जवाब भी मेरे वालों पूरा ले, ठीक है। मेरी किसी दे नाल कोई विरोधता नहीं है जी। मैं कानून दे राह ते चलन वाला बंदा है, भावें मैं अफसर सीगा तां भी ते हुण भी एक नागरिक दे रूप दे विच भी, जां मैं जो भी करांगा मैं कानून दे हिसाब नाल चलदा। इस मुल्क दा एक संविधान है, ਉਹਦੇ ਵਿੱਚ ਦੇਖੋ 395 ਆਰਟੀਕਲਸ ਨੇ, ਠੀਕ ਹੈ। ਮੈਨੂੰ ਜਿਸ ਆਰਟੀਕਲ ਦੇ ਬਾਰੇ ਪੁੱਛਣਾ ਹੈ ਨਾ, ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ। ਤੇ ਡਰ ਲੱਗਦਾ ਹੈ ਕਾਨੂੰਨ ਦੇ ਨਾਲ। ਇਹ ਜਿਹੜੇ ਲੋਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਤਾਂ ਬਸ 5 ਕਿਲੋ ਆਟਾ, ਇੱਕ ਸੂਟ, ਇਹ ਸਾਰਾ ਕੁਝ ਦੇ ਕੇ ਆਏ ਨੇ। ਇਹ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਕਲੰਕ ਨੇ। ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਹੈ ਉਸ ਕਾਨੂੰਨ ਤੋਂ। ਜਿਹੜਾ ਕਾਨੂੰਨ ਹੈ ਨਾ ਮੁਲਕ ਦਾ, ਉਸ ਕਾਨੂੰਨ ਦੇ ਸਾਹਮਣੇ ਇਹਨਾਂ ਦਾ ਪਰਦਾ ਹਟ ਜਾਂਦਾ ਹੈ ਜੀ, ਬੇਪਰਦ ਹੋ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਹੈ। ਮੈਂ ਅੱਜ ਵੀ ਕਹਿੰਦਾ ਕਿ ਚਲੋ ਸੈਸ਼ਨ ਅਦਾਲਤ ਦੇ ਵਿੱਚ ਜਿੱਥੇ ਸੁਣਵਾਈ ਚੱਲ ਰਹੀ ਸੀ, ਤੁਸੀਂ ਸੁਣਵਾਈ ਕਰਾ ਲਓ, ਫਿਰ ਵੇਖਦੇ ਹਾਂ। ਹੈ ਸਾਰਾ ਚੀਜ਼ ਪਤਾ ਲੱਗ ਜਾਣਾ ਹੈ ਤੁਹਾਨੂੰ। ਤੇ ਤੁਸੀਂ ਡਰਦੇ ਕਿਉਂ ਹੋ? ਡਰਦੇ ਕਿਉਂ ਹੋ ਇਹ ਤੁਸੀਂ ਦੱਸੋ। ਇਹ ਡਰ ਕਿਉਂ ਹੈ? ਕਾਨੂੰਨ ਦਾ ਡਰ ਹੈ ਜੀ, ਕਾਨੂੰਨ ਦਾ ਡਰ ਹੈ। ਕਿਉਂਕਿ ਉਹ ਰਿਪੋਰਟ ਹੈ, ਵਿਧਾਨ ਸਭਾ 'ਚ ਰਿਪੋਰਟ ਰੱਖ ਦਿਓ। ਤੁਹਾਨੂੰ ਕੀ ਲੱਗਦਾ ਉੱਥੇ ਕੋਈ ਹੋਰ ਬਹਿਸ ਕਰ ਸਕਦਾ? ਕਿਉਂਕਿ ਤੁਸੀਂ ਤਾਂ ਨਹੀਂ, ਮੈਂ ਇਸ ਕਰਕੇ ਕਿਹਾ ਕਿ ਦੇਖੋ ਜਸਟਿਸ ਦੋਸ਼ੀ ਕੌਣ ਸਾ, ਐਡਵੋਕੇਟ ਜਨਰਲ ਨੂੰ ਕਰਦੇ ਹੋ ਜਾਂ ਕਿਸੇ ਹੋਰ ਨੂੰ? नहीं, मेरी गल सुनो। जिस तरह मैं इस करके कह रहा कि जस्टिस रणजीत सिंह कमीशन की रिपोर्ट आई सी, जस्टिस रणजीत सिंह कमीशन की रिपोर्ट से चर्चा हुई सी कि नहीं हुई सी विधान सभा ते इस रिपोर्ट ते भी तो हो सकती है ना। विधान सभा एक पवित्र सदन हुंदा है, जनता दा सदन हुंदा है, जनता दे नुमाइंदगे हुंदे ने, जो उत्थे तुसीं बहस तो कर सकते हो ना ਉਹਦੇ ਉੱਤੇ ਕਿ ਕੀ ਵਾਕਈ ਜੋ ਰਿਪੋर्ट है ਉਹਦੇ ਵਿੱਚ ਕੀ ਸੱਚਾਈ ਹੈ, ਕੀ मतलब ਉਹਦੇ ਵਿੱਚ एविडेंस ਕੀ ਹੈ। मान लो खारिज हो गया ਉਹਦੇ ਉੱਤੇ ਤਾਂ बहस कर ही सकते हो, कोई रोक टोक नहीं है। तो तुसी करके देखो ना, पब्लिक ਨੂੰ पता लगे ना जी। जिस कर सच्चाई देखो कोई जानने की कोशिश नहीं करता है। जिन्ने भी टीवी ते ਜਾਂ ਚੈਨਲਾਂ ਤੇ ਐਕਸਪਰਟ ਬੈਠਦੇ ਨੇ, ਕਿਸੇ ਨੂੰ ਵੀ ਪੁੱਛ ਲਓ, ਕਿਸੇ ਨੇ ਐਵੀਡੈਂਸ ਵੇਖੀ ਹੋਈ ਹੈ ਕਿ ਉਸ ਫਾਈਲ ਦੇ ਨਾਲ ਅਦਾਲਤ ਦੇ ਵਿੱਚ ਕੀ ਐਵੀਡੈਂਸ ਦਿੱਤਾ ਗਿਆ ਹੈ? ਕਿਸੇ ਨੇ ਨਹੀਂ ਵੇਖੀ ਹੈ। ਤਾਂ ਬਗੈਰ ਦੇਖੇ ਤੁਸੀਂ ਕਮੈਂਟਸ ਵੀ ਕਰੀ ਜਾਓ। ਮੈਂ ਸਮਝਦਾ ਹਾਂ ਯਾਦਵਿੰਦਰ ਜੀ, ਅੱਜ ਅਸੀਂ मतलब अपनी इस चर्चा ਨੂੰ ਅਸੀਂ ਫਿਰ ਜਾਰੀ ਰੱਖਾਂਗੇ ਬਾਅਦ ਵਿੱਚ, ਠੀਕ ਹੈ ਕਿ ਨਹੀਂ? ਜੀ ਧੰਨਵਾਦ ਸਰ ਤੁਹਾਡਾ, ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਦੇ ਲਈ। ਥੈਂਕ ਯੂ ਵੈਰੀ ਮਚ, ਥੈਂਕ ਯੂ। ਕੁੰਵਰ ਵਿਜੇ ਪ੍ਰਤਾਪ ਜਿਹੜੇ ਕਹਿ ਰਹੇ ਨੇ ਕਿ ਬੇਅਦਬੀ ਦੇ ਮਸਲੇ ਤੇ ਉੱਤੇ ਉਹਨਾਂ ਨੇ ਬਿਲਕੁਲ ਠੀਕ ਰਿਪੋਰਟ ਦਿੱਤੀ ਹੈ। ਉਹਨਾਂ ਦੇ ਵਿਰੋਧੀ ਜਾਣ ਬੁੱਝ ਕੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ।